ਜੀਵਨ ਕੌਤਕ ਸੰਤ ਬਾਬਾ ਮਹਾਰਨਾਮ ਸਿੰਘ ਜੀ ਭਾਗ ਪਹਿਲਾ। ਸਤਲੁਜ ਦੇ ਕਿਨਾਰੇ। ਹਠੂਰ ਤੋਂ ਚੱਲ ਕੇ ਜਗਰਾਵਾਂ ਵੱਲ ਆਏ, ਫਿਰ ਸ਼ਹਿਰ ਵਿੱਚ ਨਹੀਂ ਗਏ। ਆਸੇ ਪਾਸੇ ਹੁੰਦੇ ਹੋਏ ਸਤਲੁਜ ਦਰਿਆ ਕਿਨਾਰੇ ਪਹੁੰਚ ਗਏ। ਇੱਥੇ ਇੱਕ ਮੱਝਾਂ ਚਾਰਨ ਵਾਲਾ ਮੁਸਲਮਾਨ ਇੱਧਰ ਆ ਨਿਕਲਿਆ। ਬਾਬਾ ਜੀ ਨੂੰ ਬੈਠੇ ਦੇਖ ਕੇ ਕਹਿਣ ਲੱਗਾ, ਸਾਈਂ ਜੀ ਤੁਸੀਂ ਹਿੰਦੂ ਹੋ ਕੇ ਸਿੱਖ? ਆਪ ਨੇ ਕਿਹਾ, ਸਿੱਖ ਹਾਂ। ਫਿਰ ਕੋਈ ਸੋਚ ਕੇ ਬੋਲਿਆ, ਮੈਂ ਤਾਂ ਮੁਸਲਮਾਨ ਹਾਂ, ਤੁਹਾਡੀ ਸੇਵਾ ਕਿਵੇਂ ਕਰਾਂ? ਆਹ ਮੇਰੀਆਂ ਮੱਝਾਂ ਵੀ ਦੁੱਧ ਨਹੀਂ ਦਿੰਦੀਆਂ। ਇੱਕ ਮੱਝ ਹੈ ਜਿਹੜੀ 8 ਪਹਿਰਾਂ ਬਾਅਦ ਦੁੱਧ ਦਿੰਦੀ ਹੈ। ਅੱਜ ਸਵੇਰੇ ਹੀ ਚੋਈ ਹੈ, ਉਹ ਹੁਣ ਕੱਲ੍ਹ ਨੂੰ ਮਿਲੇਗੀ। ਆਪ ਕਹਿਣ ਲੱਗੇ, ਫਿਰ ਰਹਿਣ ਦੇ। ਉਹ ਬੋਲਿਆ, ਮੇਰਾ ਚਿੱਤ ਤਾਂ ਦੁੱਧ ਪਿਲਾਉਣ ਨੂੰ ਕਰਦਾ ਹੈ। ਆਪ ਜੀ ਨੇ ਕਿਹਾ, ਜੇ ਜ਼ਰੂਰ ਚਿੱਤ ਕਰਦਾ ਹੈ ਤਾਂ ਦੱਸ, ਦੁੱਧ ਦਾ ਕੀ ਮੁੱਲ ਲਵੇਂਗਾ? ਉਸਨੇ ਜਵਾਬ ਦਿੱਤਾ, ਮੈਂ ਤਾਂ ਸੇਵਾ ਕਰਨੀ ਹੈ, ਮੁੱਲ ਨਹੀਂ ਵੇਚਣਾ। ਮੇਰੀ ਮੱਝ ਨੇ ਵੀ ਹੁਣ ਮਿਲਣਾ ਨਹੀਂ, ਬੜੀ ਕੌੜ ਹੈ। ਆਪ ਜੀ ਬੋਲੇ, ਜੇ ਤੇਰਾ ਇਤਨਾ ਪਿਆਰ ਹੈ ਤਾਂ ਲਿਆ ਮੱਝ ਦੇਖੀਏ ਕਿਹੜੀ ਹੈ। ਉਹ ਕਹਿਣ ਲੱਗਾ, ਉਹ ਬੂਰੇ ਰੰਗ ਦੀ, ਸਭ ਤੋਂ ਅੱਗੇ ਜਾਣ ਵਾਲੀ ਹੈ। ਆਪ ਜੀ ਉੱਠ ਕੇ ਉਸਦੇ ਕੋਲ ਗਏ, ਥਾਪੀ ਮਾਰ ਕੇ ਮੱਝ ਹੇਠ ਬੈਠ ਗਏ। ਮੱਝ ਖਲੋ ਗਈ। ਆਪ ਆਪਣੀ ਬਾਟੀ ਵਿੱਚ ਹੀ ਦੁੱਧ ਚੋਂਦੇ ਰਹੇ ਤੇ ਨਾਲੋਂ ਨਾਲ ਪੀਂਦੇ ਗਏ। ਆਪਣੀ ਇੱਛਾ ਮੁਤਾਬਕ ਛਕ ਕੇ ਉੱਠ ਖਲੋਤੇ। ਉਹ ਹੈਰਾਨ ਹੋ ਕੇ ਕਹਿਣ ਲੱਗਾ, ਰੱਬ ਵਾਲਿਓ, ਤੁਹਾਡੀਆਂ ਤੁਸੀਂ ਹੀ ਜਾਣੋ। ਮੇਰੇ ਕੋਲ ਇਸ ਮੱਝ ਆਈ ਨੂੰ 10 ਵਰ੍ਹੇ ਹੋ ਗਏ ਹਨ। ਮੈਥੋਂ ਬਿਨਾਂ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੀ। ਦੁੱਧ ਤਾਂ ਇਸ ਨੇ ਕੀ ਦੇਣਾ ਹੈ? ਆਪ ਜੀ ਬੋਲੇ, ਰੌਲਾ ਨਾ ਪਾ, ਸਵੇਰੇ ਆਈ, ਫਿਰ ਤੇਰੇ ਨਾਲ ਕੋਈ ਗੱਲ ਕਰਾਂਗੇ। ਉਹ ਸਵੇਰੇ ਮੱਝ ਚੋਏ ਤੋਂ ਬਿਨਾਂ ਲੈ ਕੇ ਆ ਗਿਆ। ਬਾਬਾ ਜੀ ਬੋਲੇ, ਮੱਝ ਨੂੰ ਕਿਉਂ ਨਾਲ ਲਿਆਂਦਾ? ਉਹ ਬੋਲਿਆ, ਇਹ ਮੱਝ ਹੁਣ ਮੈਂ ਨਹੀਂ ਚੋਣੀ, ਤੁਹਾਡੀ ਹੀ ਹੈ। ਆਪ ਬੋਲੇ, ਨਹੀਂ ਬਈ, ਇੱਕ ਡੰਗ ਨੂੰ ਚੋਇਆ ਕਰ ਅਤੇ ਇੱਕ ਡੰਗ ਅਸੀਂ ਚੋਇਆ ਕਰਾਂਗੇ। ਸਾਡਾ ਇੱਕ ਕੰਮ ਹੋਰ ਹੈ ਤੇਰੇ ਪ੍ਰਤੀ, ਜੇ ਕਰੇਂਗਾ ਤਾਂ ਦਸੀਏ। ਉਸਨੇ ਕਿਹਾ, ਹੁਕਮ ਕਰੋ, ਜ਼ਰੂਰ ਕਰਾਂਗਾ। ਤਾਂ ਬਾਬਾ ਜੀ ਨੇ ਕਿਹਾ, ਅਸੀਂ ਇੱਥੇ 40 ਦਿਨ ਰਹਿਣਾ ਹੈ, ਕੋਈ ਥਾਂ ਦੱਸ। ਦੂਜਾ, ਤੂੰ ਕਿਸੇ ਕੋਲ ਗੱਲ ਨਾ ਕਰੀਂ। ਉਸਨੇ ਇੱਕ ਨਵੇਕਲੀ ਜਿਹੀ ਥਾਂ ਬਿਲਕੁਲ ਦਰਿਆ ਦੇ ਕਿਨਾਰੇ ਨੇੜੇ ਦਿਖਾਈ। ਬਾਬਾ ਜੀ ਜਗ੍ਹਾ ਪਸੰਦ ਕਰਕੇ ਬੋਲੇ, ਇਹ ਠੀਕ ਹੈ, ਇੱਥੇ ਟਿਕਾਂਗੇ। ਉਸਨੂੰ ਇਹ ਹੁਕਮ ਕੀਤਾ ਕਿ ਤੂੰ ਸੂਰਜ ਢਲੇ ਤੋਂ ਮੱਝਾਂ ਚਾਰਨ ਦੇ ਬਹਾਨੇ ਨਾਲ ਆ ਜਾਇਆ ਕਰੀਂ, ਅਸੀਂ ਆਪੇ ਹੀ ਉੱਠ ਕੇ ਚੋ ਲਿਆ ਕਰਾਂਗੇ। ਤੂੰ ਅਸਾਂ ਨੂੰ ਬੁਲਾਉਣਾ ਨਹੀਂ, ਜੇ ਲੋੜ ਹੋਈ ਤਾਂ ਗੱਲ ਕਰਿਆ ਕਰਾਂਗੇ। ਇਸ ਤਰ੍ਹਾਂ ਉਸ ਨੂੰ ਕਹਿ ਕੇ ਉੱਥੇ ਟਿਕ ਗਏ। ਉਹ ਰੋਜ਼ਾਨਾ ਆ ਕੇ ਮੱਝ ਦਾ ਦੁੱਧ ਚੁਆ ਜਾਇਆ ਕਰੇ। ਜਦੋਂ ਕੁਝ ਦਿਨ ਇਸੇ ਤਰ੍ਹਾਂ ਲੰਘ ਗਏ, ਉਸਨੇ ਸੋਚਿਆ, ਵੇਖੀਏ ਤਾਂ ਸਹੀ ਇਹ ਕੀ ਕਰਦੇ ਹਨ। ਤਾਂ ਇਉਂ ਸੋਚ ਕੇ ਉਹ ਸੂਰਜ ਛਿਪਣ ਦੇ ਵਕਤ ਆਇਆ ਤਾਂ ਉਸ ਨੂੰ ਇੱਕ ਬੜਾ ਭਾਰੀ ਸੁਨਹਿਰੀ ਰੰਗ ਦਾ ਸੱਪ ਨਜ਼ਰ ਆਇਆ ਤੇ ਉਹ ਵੇਖ ਕੇ ਡਰ ਗਿਆ। ਐਡਾ ਵੱਡਾ ਸੱਪ ਕਿੱਥੋਂ ਆਇਆ? ਇਤਨੇ ਚਿਰ ਨੂੰ ਬਾਬਾ ਜੀ ਬਾਹਰ ਆਏ। ਪੁੱਛਣ ਲੱਗੇ, ਕਿਵੇਂ ਆਇਆ ਇਸ ਵੇਲੇ? ਉਸ ਤੋਂ ਬੋਲਿਆ ਨਾ ਗਿਆ। ਬਾਬਾ ਜੀ ਉਸ ਦੇ ਬਿਲਕੁਲ ਨਜ਼ਦੀਕ ਆ ਕੇ ਕਹਿਣ ਲੱਗੇ, ਹੁਣ ਡਰਦਾ ਕਿਉਂ ਹੈ? ਵੇਖ ਲੈ, ਜੇ ਕੁਝ ਦੇਖਣਾ ਹੈ। ਤਾਂ ਰੋ ਕੇ ਕਹਿਣ ਲੱਗਾ, ਮੈਨੂੰ ਬਖਸ਼ ਲਓ, ਮੈਥੋਂ ਭੁੱਲ ਹੋ ਗਈ, ਮੁੜ ਕੇ ਐਸੀ ਗਲਤੀ ਨਹੀਂ ਕਰਦਾ। ਫਿਰ ਬੋਲੇ, ਚੰਗਾ ਹੁਣ ਜਾ। ਉਹ ਨਮਸਕਾਰ ਕਰਕੇ ਚਲਾ ਗਿਆ। ਇੱਕ ਦਿਨ ਆਪਣੇ ਵਕਤ ਅਨੁਸਾਰ ਮੱਝ ਲੈ ਕੇ ਆਇਆ ਤਾਂ ਉਸਨੇ ਬਾਬਾ ਜੀ ਦੇ ਕੋਲ ਇੱਕ ਚਿੱਟੇ ਰੰਗ ਦਾ ਸ਼ੇਰ ਵੇਖਿਆ ਤੇ ਡਰ ਗਿਆ। ਆਪ ਬੋਲੇ, ਤੂੰ ਡਰਨਾ, ਇਹ ਸਾਡਾ ਪਹਿਰੇਦਾਰ ਹੈ। ਇਸ ਦੇ ਨਾਲ ਦਾ ਤੂੰ ਅੱਗੇ ਸੱਪ ਦੇ ਰੂਪ ਵਿੱਚ ਵੇਖਿਆ ਸੀ। ਤੂੰ ਚੁੱਪ ਕਰਕੇ ਜੋ ਸੇਵਾ ਹੁੰਦੀ ਹੈ ਕਰੀ ਚੱਲ। ਇਸੇ ਤਰ੍ਹਾਂ 40 ਦਿਨ ਪੂਰੇ ਹੋਣ ਤੇ ਬਾਅਦ ਜਿਸ ਦਿਨ ਉੱਥੋਂ ਤੁਰਨਾ ਸੀ, ਉਸ ਨੂੰ ਬੋਲੇ, ਮੰਗ ਲੈ ਹੁਣ ਜੋ ਮੰਗਣਾ ਹੈ, ਸਾਡੀ ਹੁਣ ਤਿਆਰੀ ਹੈ। ਉਸਦੇ ਘਰ ਕੋਈ ਬੱਚਾ ਨਹੀਂ ਸੀ, ਜਾਇਦਾਦ ਚੰਗੀ ਸੀ, ਪਰ ਉਮਰ ਵੱਡੀ ਹੋਣ ਕਰਕੇ ਸ਼ਰਮ ਕਰੇ। ਆਪ ਜੀ ਬੋਲੇ, ਸ਼ਰਮਾਉਣਾ ਨਹੀਂ, ਹੁਣ ਮੌਕਾ ਹੈ, ਛੇਤੀ ਕਰ। ਉਹ ਬੋਲਿਆ, ਜੀ ਪੁੱਤਰ ਨਹੀਂ ਹੈ। ਆਪ ਜੀ ਬੋਲੇ, ਤੇਰੇ ਘਰ 2 ਪੁੱਤਰ ਹੋਣਗੇ ਤੇ ਹੋਣਗੇ ਵੀ ਜੋੜੇ। ਇੱਕ ਦਾ ਨਾਮ ਰੱਖੀ ਅੱਲਾ ਦਿੱਤਾ ਤੇ ਦੂਜੇ ਦਾ ਨਾਮ ਅੱਲਾ ਰੱਖਾ। ਦੋਵੇਂ ਹੀ ਬੜੇ ਚੰਗੇ ਨੇਕ ਹੋਣਗੇ ਵੀ ਅੱਜ ਤੋਂ 1 ਸਾਲ ਦੇ ਵਿੱਚ ਹੀ। ਤੇ ਫਿਰ ਬੋਲੇ, ਕੁਝ ਹੋਰ ਮੰਗ ਲੈ। ਉਸ ਦਾ ਕੋਈ ਪੁੰਨ ਜਾਗਿਆ ਤੇ ਕਹਿਣ ਲੱਗਾ, ਰਹਿਮ ਕਰੋ, ਦੋਜ਼ਖ ਤੋਂ ਬਚਾਓ। ਆਪ ਨੇ ਉਸ ਨੂੰ ਕਲਮਾ ਪੜ੍ਹ ਕੇ ਦੱਸਿਆ ਤੇ ਕਿਹਾ, ਇਉਂ ਕਲਮਾ ਪੜ੍ਹਿਆ ਕਰ। ਉਸ ਤੋਂ ਬਾਅਦ ਉਸ ਨੂੰ ਮਾਲਾ ਫੇਰਨ ਦੀ ਜੁਗਤ ਸਮਝਾ ਕੇ ਫਿਰ ਬੋਲੇ, ਲੈ ਹੁਣ ਅਸੀਂ ਚੱਲਦੇ ਹਾਂ। ਉਹ ਬੋਲਿਆ, ਕੋਈ ਸਮਾਂ ਹੋਰ ਨਹੀਂ ਟਿਕਦੇ? ਆਪ ਜੀ ਬੋਲੇ, ਨਹੀਂ, ਰਹਿਣਾ ਤਾਂ ਮੁਸ਼ਕਿਲ ਹੈ, ਪਰ 2 ਦਿਨ ਹੋਰ ਤੇਰੇ ਵਾਸਤੇ ਰਹਿੰਦੇ ਹਾਂ। 2 ਦਿਨਾਂ ਬਾਅਦ ਉਸ ਅਸਥਾਨ ਤੋਂ ਚੱਲ ਪਏ। ਜਾਣ ਤੋਂ ਪਹਿਲਾਂ ਉਸ ਨੂੰ ਇੱਕ ਸ਼ਲੋਕ ਪੜ੍ਹ ਕੇ ਸੁਣਾਇਆ। ਸ਼ਲੋਕ ਮਹੱਲਾ ਪਹਿਲਾ। 5 ਨਵਾਜ਼ਾਂ ਵਕਤ 5, ਪੰਜਾ ਪੰਜੇ ਨਾਓ। ਪਹਿਲਾ ਸੱਚ ਹਲਾਲ ਦੁਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ। ਸਤਲੁਜ ਕਿਨਾਰੇ ਤੋਂ ਬਰਨਾਲੇ ਵੱਲ। ਸਤਲੁਜ ਦੇ ਕਿਨਾਰੇ ਤੋਂ ਚੱਲ ਕੇ ਕਲੇਰਾਂ ਦੇ ਨਜ਼ਦੀਕ ਪਹੁੰਚੇ, ਜਿੱਥੇ ਅੱਜ ਕੱਲ੍ਹ ਨਾਨਕਸਰ ਹੈ।
ਇੱਥੇ ਕੁਝ ਦਿਨ ਟਿਕੇ। ਇਸ ਸਾਖੀ ਦਾ ਬਾਬਾ ਜੀ ਦੇ ਕਥਨ ਅਨੁਸਾਰ ਹੀ ਪਤਾ ਲੱਗਿਆ ਹੈ। ਜਦੋਂ ਬਾਬਾ ਆਨੰਦ ਸਿੰਘ ਜੀ ਨੂੰ ਨਾਨਕਸਰ ਵਾਲੀ ਜਗ੍ਹਾ ਕਮਰ ਕੱਸਾ ਖੋਲ੍ਹਣ ਲਈ ਹੁਕਮ ਹੋਇਆ ਸੀ, ਭਾਵ ਉੱਥੇ ਟਿਕਣ ਲਈ ਹੁਕਮ ਕੀਤਾ ਸੀ, ਉਸ ਵਕਤ ਬਚਨ ਕੀਤਾ ਸੀ, ਉਹ ਜਗ੍ਹਾ ਵੀ ਸਾਡੀ ਹੈ। ਅਸੀਂ ਕਿਸੇ ਸਮੇਂ ਉੱਥੇ ਟਿਕੇ ਸੀ ਅਤੇ ਇਸ ਦੇ ਆਸੇ-ਪਾਸੇ ਕਈ ਜਗ੍ਹਾ 'ਤੇ ਵਿਚਰਦੇ ਰਹੇ। ਇੱਥੋਂ ਚੱਲ ਕੇ ਕਿੱਲੀ ਚਾਲਾਂ ਵਾਲੀ ਪਹੁੰਚੇ। ਉੱਥੇ ਜੋਗੀ ਪੀਰ ਦਾ ਡੇਰਾ ਸੀ, ਉੱਥੇ ਟਿਕੇ। ਇੱਥੋਂ ਤੁਰਦੇ ਤੁਰਦੇ ਕਿਸੇ ਰੱਬੀ ਪ੍ਰੇਰਣਾ ਅਨੁਸਾਰ ਸੁਲਤਾਨਪੁਰ ਵੱਲ ਚਲੇ ਗਏ ਅਤੇ ਇੱਥੋਂ ਕਿਸੇ ਗੁਪਤ ਅਸਥਾਨ 'ਤੇ ਨਿਵਾਸ ਕੀਤਾ। ਕਿਸੇ ਸਮੇਂ ਪਿੰਡ ਮੀਆਂਵਿੰਡ ਵਿੱਚ ਵਿਚਰੇ। ਮੀਆਂਵਿੰਡ ਪਿੰਡ ਵਿੱਚ ਬਾਬਾ ਜੀ ਦੇ ਪਿਤਾ ਦੇ ਨਾਨਕੇ ਸਨ, ਜੋ ਗੁਰੂ ਅੰਗਦ ਸਾਹਿਬ ਦੇ ਪਿੰਡ ਨਾਗੋਕੇ ਖਡੂਰ ਦੇ ਨੇੜੇ ਹੀ ਹੈ। ਮੀਆਂਵਿੰਡ ਦਾ ਇੱਕ ਸਿੰਘ ਗੁਰਦਿੱਤ ਸਿੰਘ ਸੀ, ਜਿਸ ਦੀ ਦਿਓਲ ਗੋਤ, ਉਸ ਦੀ ਭੈਣ ਸੰਤੀ ਘਰਵਾਲੀ ਖੇਮੋ ਸੀ ਅਤੇ ਲਹਿਣਾ ਸਿੰਘ ਮਾਮਾ। 1 ਮਹੀਨਾ ਉੱਥੇ ਠਹਿਰੇ। ਇੱਥੋਂ ਅੰਨ ਪਾਣੀ ਛਕਦੇ ਰਹੇ। ਕਣਕ ਦਾ ਫੁਲਕਾ, ਮਾਹਾਂ ਦੀ ਦਾਲ ਲਹਿਣਾ ਸਿੰਘ ਦੇ ਪੁੱਤਰ ਭੋਗਾ ਸਿੰਘ ਅਤੇ ਸਰਮੁਖ ਸਿੰਘ ਜੀ ਸੀ। ਬਾਬਾ ਜੀ ਦੇ ਪਿਤਾ ਬਾਬਾ ਬੂੜ ਸਿੰਘ ਦੇ ਮਾਮੇ ਦੇ ਪੁੱਤਰ ਮੀਆਂਵਿੰਡ ਦੇ ਵਾਸੀ ਸਨ। ਇੱਥੋਂ ਉੱਠ ਕੇ ਫਿਰ ਡੇਰਾ ਜੰਦਾਂ ਦੇ ਲਾਇਆ। ਪਹਿਲਾਂ ਗੁਰਦਿੱਤ ਸਿੰਘ ਨੇ, ਫਿਰ ਦੁੱਲਾ ਸਿੰਘ ਨੇ ਸੇਵਾ ਕੀਤੀ। ਇਹ ਲਿਖਤ ਬਾਬਾ ਜੀ ਨੇ 30 ਨਵੰਬਰ 1920 ਈਸਵੀ ਨੂੰ ਹਰਚੰਦ ਸਿੰਘ ਪੁੱਤਰ ਸੁੱਚਾ ਸਿੰਘ ਪੱਤੀ ਭਾਈ ਜੀ ਅਗਵਾੜ ਬੀਬੀਕਾ ਤੋਂ ਕਰਵਾਈ। ਉਸ ਤੋਂ ਬਾਅਦ 1915 ਵਿੱਚ ਇਹੀ ਲਿਖਤ ਭਾਈ ਰਤਨ ਸਿੰਘ ਡਰੋਲੀ ਅਤੇ ਉਸ ਦੀ ਸੁਪਤਨੀ ਨੂੰ ਕਰਵਾਈ। ਇੱਥੋਂ ਆਪ ਆਪਣੇ ਮੁੱਖ 'ਤੇ ਇੱਕ ਗੋਦੜੀ ਵਰਗਾ ਕੱਪੜਾ ਰੱਖਦੇ ਸਨ। ਛੋਟੇ ਛੋਟੇ ਬੱਚਿਆਂ ਨਾਲ ਖੇਡਦੇ ਸਨ। ਉਹਨਾਂ ਨੂੰ ਕਈ ਪ੍ਰਕਾਰ ਦੀਆਂ ਚੀਜ਼ਾਂ ਵੀ ਗੋਦੜੀ ਵਿੱਚੋਂ ਕੱਢ ਕੇ ਦੇਣੀਆਂ, ਕਦੇ ਪੈਸੇ ਵੀ ਦੇ ਦੇਣੇ। ਸਭ ਕੁਝ ਗੋਦੜੀ ਵਿੱਚੋਂ ਹੀ ਕੱਢ ਕੇ ਦੇਈ ਜਾਣਾ, ਪਰ ਮੁੱਖ ਨੰਗਾ ਨਹੀਂ ਸਨ ਕਰਦੇ। ਫਿਰ ਮਾਘ ਦੇ ਮਹੀਨੇ ਮੰਗ ਕੇ ਖਾਧਾ। ਇੱਥੇ ਬਚਨ ਕਰਦੇ ਸਨ। ਬਾਲਕ ਦਾਸ ਨੇ ਲਈ ਫਕੀਰੀ, ਪਹਿਲਾ ਡੇਰਾ ਭਿੱਖੀ, ਮੰਗ ਤੰਗ ਕੇ ਟੁਕੜੇ ਖਾਧੇ, ਬਾਲਕ ਡਹਿ ਗਏ ਇੱਟੀ। ਇਸ ਫਕੀਰੀ ਤੋਂ ਬਾਲਕ ਦਾਸਾ ਮੁੜ ਕੇ ਰਲ ਜਾ ਸਿੱਖੀ। ਫਿਰ ਇੱਥੋਂ ਵਾਪਸ ਮੁੜ ਪਏ ਮੋਗੇ ਵੱਲ। ਰਸਤੇ ਵਿੱਚ ਇੱਕ ਸਿੰਘਾਂ ਵਾਲਾ ਨਗਰ ਹੈ। ਇੱਥੇ ਮਹਾਂਪੁਰਖ ਸੰਤ ਮੇਹਰ ਸਿੰਘ ਹੋਏ ਹਨ। ਇਹਨਾਂ ਨੂੰ ਮਿਲੇ। ਇਹ ਸੰਤ ਆਪਣੇ ਹੱਥੀਂ ਆਟਾ ਪੀ ਕੇ ਲੰਗਰ ਚਲਾਉਂਦੇ ਸਨ। ਇਹਨਾਂ ਪਾਸ ਕੁਛ ਦਿਨ ਠਹਿਰੇ। ਇਹਨਾਂ ਸੰਤਾਂ ਦਾ ਇਹ ਨਿਯਮ ਸੀ, ਅੱਧੀ ਰਾਤ ਨੂੰ ਸਿੰਘਾਂ ਵਾਲੇ ਤੋਂ ਉੱਠ ਭਾਈ ਕੀ ਡਰੋਲੀ ਮਾਤਾ ਦਮੋਦਰੀ ਸਾਹਿਬ ਦੇ ਦਿਓਰੇ ਦੀ ਸੇਵਾ ਕਰਨੀ। ਉੱਥੇ ਝਾੜੂ ਦੇ ਕੇ ਵਾਪਸ ਆ ਕੇ ਹੋਰ ਕੋਈ ਕੰਮ ਕਰਦੇ ਸਨ। ਕੁਝ ਸਮਾਂ ਬਾਬਾ ਜੀ ਇਹਨਾਂ ਕੋਲ ਰਹਿ ਕੇ ਅੱਗੇ ਚਲੇ ਗਏ। ਇੱਥੋਂ ਚੱਲ ਕੇ ਕਾਂਗੜ ਪਿੰਡ ਇੱਕ ਰਾਤ ਠਹਿਰੇ। ਕਾਂਗੜ ਤੋਂ ਬਰਨਾਲੇ ਵੱਲ ਫਰਬਾਹੀ ਪਿੰਡ ਪਹੁੰਚੇ। ਇਸ ਪਿੰਡ ਵਿੱਚ ਇੱਕ ਸੰਤ ਥੰਮਣ ਸਿੰਘ ਹੋਏ ਹਨ। ਫਰਬਾਹੀ ਤੋਂ ਬਰਨਾਲੇ ਚਲੇ ਗਏ। ਬਰਨਾਲੇ ਨਗਰ ਤੋਂ ਬਾਹਰ ਹੀ ਟਿਕੇ ਸਨ। ਇੱਥੇ 2 ਦਿਨ ਬਾਅਦ ਕੀ ਵੇਖਿਆ ਕਿ ਇੱਕ ਗਰੀਬ ਘਰ ਦੀ ਮਾਈ ਜੰਗਲ ਵਿੱਚ ਲੱਕੜਾਂ ਬਾਲਣ ਚੁਗਦੀ ਫਿਰਦੀ ਹੈ ਅਤੇ ਰੋਈ ਜਾਂਦੀ ਹੈ। ਬਾਬਾ ਜੀ ਨੇ ਪੁੱਛਿਆ, ਮਾਈ ਰੋਂਦੀ ਕਿਉਂ ਹੈ? ਪਹਿਲਾਂ ਤਾਂ ਉਸਨੇ ਕਿਹਾ, ਜੀ ਮੇਰੇ ਕਰਮਾਂ ਦਾ ਹੀ ਫਲ ਹੈ ਜੋ ਮਿਲ ਰਿਹਾ ਹੈ। ਆਪ ਜੀ ਨੇ ਪੁੱਛਿਆ, ਫਿਰ ਵੀ ਕੀ ਗੱਲ ਹੈ? ਕਹਿਣ ਲੱਗੀ, ਮੇਰਾ ਪਤੀ ਮਰ ਚੁੱਕਾ ਹੈ ਅਤੇ ਇੱਕ 5 ਸਾਲ ਦਾ ਲੜਕਾ ਹੈ। ਉਸ ਨੂੰ 1 ਸਾਲ ਤੋਂ ਐਸੀ ਬਿਮਾਰੀ ਹੈ, ਕੋਈ ਸਮਝ ਨਹੀਂ ਆਈ। ਜਿਤਨੀ ਮੇਰੀ ਹਿੰਮਤ ਪਈ ਉਸ ਦੀ ਦਵਾਈ ਵੀ ਕਰਾ ਚੁੱਕੀ ਹਾਂ। ਕਈ ਸੰਤਾਂ ਨੂੰ ਵੀ ਮੱਥਾ ਟਿਕਾਇਆ, ਪਰ ਕਿਤੇ ਆਰਾਮ ਨਹੀਂ ਆਇਆ। ਬਸ ਹੁਣ ਅੱਜ ਮਰਿਆ ਕਿ ਕੱਲ੍ਹ ਮਰਿਆ ਸਮਝੋ। ਆਪ ਕਹਿਣ ਲੱਗੇ, ਮਾਈ ਜੇ ਬਚ ਜਾਏ। ਉਹ ਬੋਲੀ, ਚੰਗਾ ਹੀ ਹੈ ਜੇ ਬਚ ਜਾਏ। ਆਪ ਬੋਲੇ, ਤੂੰ ਕੁਛ ਕਰੇਂਗੀ ਵੀ? ਕਹਿਣ ਲੱਗੀ, ਗਰੀਬਣੀ ਹਾਂ, ਮੇਰੇ ਪਾਸ ਪੈਸਾ ਤਾਂ ਕੋਈ ਹੈ ਨਹੀਂ ਜਿਸ ਨਾਲ ਪੁੰਨ ਦਾਨ ਕਰ ਸਕਾਂ। ਆਪ ਬੋਲੇ, ਤੇਰੇ ਪਾਸੋਂ ਪੁੰਨ ਸਿਰਫ ਇੱਕੋ ਹੀ ਕਰਾਉਣਾ ਹੈ। ਉਹ ਬੋਲੀ, ਕੀ? ਇਹ ਬੱਚਾ ਕਿਸੇ ਨੂੰ ਦੇ ਦਿਓ। ਕਹਿਣ ਲੱਗੀ, ਕਿਸ ਨੂੰ? ਇਸ ਹਾਲਤ ਵਿੱਚ ਲਵੇਗਾ ਕੌਣ? ਤਾਂ ਆਪ ਬੋਲੇ, ਅਸੀਂ ਲਵਾਂਗੇ। ਮਾਈ, ਤੁਸੀਂ ਚੇਲਾ ਬਣਾਉਣਾ ਹੈ? ਬਾਬਾ ਜੀ, ਤੈਨੂੰ ਕੀ, ਭਾਵੇਂ ਬਣਾਈਏ ਭਾਵੇਂ ਨਾ ਬਣਾਈਏ, ਦਿਆਂਗੇ ਰਾਜੀ ਹੋਏ ਤੋਂ। ਜਾ ਲੈ ਆ ਬੱਚੇ ਨੂੰ, ਬਾਬਾ ਜੀ ਨੇ ਬਚਨ ਕੀਤਾ। ਮਾਈ ਬੱਚੇ ਨੂੰ ਉਸੇ ਵੇਲੇ ਜਾ ਕੇ ਲੈ ਆਈ। ਬਾਬਾ ਜੀ ਨੇ ਦੇਖਿਆ ਤੇ ਕਿਹਾ, ਬੜਾ ਕਮਜ਼ੋਰ ਹੋ ਗਿਆ। ਉਹ ਬੋਲੀ, ਦੇਖ ਲਓ। ਆਪ ਬੋਲੇ, ਇੱਥੇ ਸਾਡੇ ਸਾਹਮਣੇ ਜ਼ਮੀਨ 'ਤੇ ਪਾ ਦੇ। ਉਸਨੇ ਪਾ ਦਿੱਤਾ। ਹਜ਼ੂਰ ਨੇ ਇੱਕ ਕੱਪੜਾ ਉਸ ਦੇ ਉੱਪਰ ਦੇ ਦਿੱਤਾ। ਫਿਰ ਮਾਈ ਨੂੰ ਬੋਲੇ, ਹੁਣ ਤੂੰ ਜਾ ਕੇ ਆਪਣਾ ਕੰਮ ਕਰ ਲੈ। ਉਹ ਜੱਕੋ ਤੱਕੀ ਵਿੱਚ ਉੱਠ ਕੇ ਚਲੀ ਗਈ। ਜਦੋਂ ਬਾਲਣ ਲੈਣ ਆਈ
ਤਾਂ ਬੱਚੇ ਦੇ ਕੋਲ ਬੈਠਣ ਲੱਗੀ। ਬਾਬਾ ਜੀ ਬੋਲੇ, ਜਾ ਘਰ ਨੂੰ ਤੇ 1 ਪੈਰ ਤੋਂ ਬਾਅਦ ਆਵੀਂ। ਉਹ ਤੁਰ ਤਾਂ ਪਈ, ਪਰ 1-2 ਵਾਰ ਪਿਛਾਂਹ ਮੁੜ ਕੇ ਦੇਖਦੀ ਰਹੀ। ਘਰੋਂ ਜਾ ਕੇ ਜਲਦੀ ਹੀ ਆਈ। ਜਿਸ ਵੇਲੇ ਆ ਕੇ ਬਾਬਾ ਜੀ ਨੂੰ ਆਵਾਜ਼ ਦਿੱਤੀ ਤਾਂ ਆਪ ਬੋਲੇ, ਕੱਪੜਾ ਚੁੱਕ ਕੇ ਆਪਣੇ ਪੁੱਤਰ ਨੂੰ ਦੇਖ ਲੈ। ਜਦੋਂ ਉਸ ਦੇ ਮੂੰਹ ਤੋਂ ਕੱਪੜਾ ਲਾਹਿਆ, ਦੇਖ ਕੇ ਹੈਰਾਨ ਰਹਿ ਗਈ। ਲੜਕਾ ਤਾਂ ਉਸ ਨੂੰ ਇਉਂ ਲੱਗਿਆ ਜਿਵੇਂ ਕਿਤੇ ਬਿਮਾਰ ਹੋਇਆ ਹੀ ਨਹੀਂ ਹੁੰਦਾ। ਬਾਬਾ ਜੀ ਹੱਸ ਕੇ ਬੋਲੇ, ਹੁਣ ਇਹ ਸਾਡਾ ਹੈ, ਤੇਰਾ ਨਹੀਂ। ਰਹੇਗਾ ਤੇਰੇ ਕੋਲ ਹੀ, ਪਰ ਸਾਡਾ ਬਣ ਕੇ ਰਹੂਗਾ। ਇਹ ਸਿੱਧ ਪੁਰਖ ਹੋਵੇਗਾ। ਇਸ ਇਲਾਕੇ ਵਿੱਚ ਜਦੋਂ ਕੋਈ ਕੰਮ ਕਰਨਾ ਹੋਏਗਾ, ਇਸ ਦੇ ਰਾਹੀਂ ਕਰਿਆ ਕਰਾਂਗੇ। ਇਉਂ ਬਚਨ ਕਰਕੇ ਬੋਲੇ, ਇਹ ਗੱਲ ਕਿਸੇ ਨੂੰ ਨਹੀਂ ਦੱਸਣੀ, ਚੁੱਪ ਹੀ ਰਹਿਣਾ। ਫਿਰ ਮਾਈ ਨੇ ਪੁੱਛਿਆ, ਜੀ ਤੁਹਾਡਾ ਨਾਮ ਕੀ ਹੈ, ਕਿੱਥੋਂ ਆਏ ਹੋ? ਆਪ ਬੋਲੇ, ਆਏ ਹਾਂ ਫਿਰਦੇ ਤੁਰਦੇ, ਸਾਡਾ ਨਾਮ ਹੈ ਮਹਾਂ ਹਰਨਾਮ ਸਿੰਘ ਰੂਮੀ ਵਾਲੇ। ਫਿਰ ਆਪ ਨੇ ਬੱਚੇ ਦਾ ਨਾਮ ਪੁੱਛਿਆ ਤੇ ਮਾਈ ਦੇ ਨਾਮ ਦੱਸਣ 'ਤੇ ਬੋਲੇ, ਇਹ ਨਾਮ ਨਹੀਂ ਚੰਗਾ, ਇਸ ਦਾ ਨਾਮ ਅਸੀਂ ਰੱਖਾਂਗੇ। ਇਸ ਦੇ ਨਾਲ ਹੀ ਕਿਹਾ, ਇਸ ਦਾ ਨਾਮ ਹੈ ਮਿਰਚਾਂ ਖਾਣਾ। ਮਾਈ ਬੋਲੀ, ਇਹ ਵੀ ਕੋਈ ਨਾਂ ਹੈ? ਆਪ ਜੀ ਨੇ ਕਿਹਾ, ਜੋ ਮਰਜ਼ੀ ਰੱਖੀਏ, ਕਿਸੇ ਨੂੰ ਕੀ, ਅਸੀਂ ਆਪਣੇ ਦਾ ਨਾਮ ਰੱਖ ਦਿੱਤਾ ਹੈ ਜੋ ਸਾਨੂੰ ਚੰਗਾ ਲੱਗਿਆ। ਫਿਰ ਬੋਲੇ, ਲੈ ਜਾ ਇਸ ਨੂੰ, ਅੱਗੇ ਤੋਂ ਇਹ ਮਸਤ ਹੀ ਰਹੇਗਾ, ਕਿਸੇ ਨਾਲ ਬੋਲੇਗਾ ਨਹੀਂ। ਗਰਮੀ ਸਰਦੀ ਭੁੱਖ ਤੇ ਦੀ ਵੀ ਇਸ ਨੂੰ ਕੋਈ ਪਰਵਾਹ ਨਹੀਂ ਹੋਵੇਗੀ। ਐਵੇਂ ਲੈ ਕੇ ਲੋਕਾਂ ਕੋਲ ਨਾ ਭੱਜੀ ਫਿਰੀ, ਘਰ ਹੀ ਇਸ ਨੂੰ ਸੰਭਾਲ ਕੇ ਰੱਖੀ। ਬਾਬਾ ਜੀ ਨੇ ਧਨੌਲੇ ਪਹੁੰਚਣਾ। ਦੋਹਰਾ। ਸੁਣੋ ਸਰੋਤਾ ਧਿਆਨ ਦੇ, ਮਨ ਮੇਂ ਧਾਰ ਵਿਚਾਰ। ਨਗਰ ਧਨੌਲਾ ਪਹੁੰਚ ਗਏ, ਹਰਨਾਮ ਹਰੀ ਦਾ ਤਾਰ। ਡਿਉੜਾ ਛੰਦ। ਬਿਰਛਾਂ ਦੇ ਹੇਠ ਆਸਣ ਲਗਾ ਲਿਆ, ਹੋਏ ਕੇ ਆਨੰਦ ਜੀ। ਜਿਨ੍ਹਾਂ ਜਿਨ੍ਹਾਂ ਆ ਕੇ ਦਰਸ ਪਾ ਲਿਆ, ਕਟੇ ਗਏ ਫੰਦ ਜੀ। ਪਿੰਡ ਵਾਲੇ ਲੋਕ ਵੀ ਛਾਇਆ ਦੇ ਹੇਠ ਨੂੰ ਆਏ ਹੌਲੀ ਹੌਲੀ ਜੀ। ਬੈਠੇ ਆ ਕੇ ਕੋਲ, ਨਾ ਕਿਸੇ ਮੱਥਾ ਟੇਕਿਆ, ਨਾ ਕੋਈ ਗੱਲ ਗੌਲੀ ਜੀ। ਆਪੋ ਵਿੱਚ ਇੱਕ ਦੂਜੇ ਨਾਲ ਮਿਲ ਕੇ ਰਹੇ ਝੱਖ ਮਾਰਦੇ, ਰੱਬ ਤੋਂ ਬੇਮੁਖ ਭੁੱਲੇ ਹੋਏ ਨਾਲ ਤੋਂ ਜਨਮ ਵਿਗਾੜਦੇ। ਗਰਮੀ ਦੀ ਰੁੱਤ, ਤੱਤੀ ਵਗੇ ਹਵਾ ਜੀ। ਸਿਖਰ ਦੁਪਹਿਰ ਸੀ, ਕੋਈ ਬੰਦਾ ਕੰਮ ਵਾਲਾ ਆਵੇ ਬਾਹਰ ਨੂੰ, ਉਹ ਵੀ ਇਕੱਲਾ ਕਹਿਰ ਸੀ। ਲੱਗੀ ਜਾਂ ਪਿਆਸ ਆਸਣ 'ਤੇ ਬੈਠਿਆਂ, ਸੰਤ ਮਹਾਰਾਜ ਨੂੰ ਦੱਸੋ ਬਈ ਪਿਆਰਿਓ, ਜੋ ਪਾਣੀ ਮਿਲ ਜਾਏ, ਦੇਂਦੇ ਨੇ ਆਵਾਜ਼ ਨੂੰ। ਉਹਨਾਂ ਵਿੱਚੋਂ ਇੱਕ ਬੋਲਿਆ ਸੀ ਹੱਸ ਕੇ, ਕਰਦਾ ਇਸ਼ਾਰਾ ਜੀ। ਗੰਦਾ ਪਾਣੀ ਜਿਸ ਟੋਏ ਵਿੱਚ ਭਰਿਆ, ਮਿੱਟੀ ਤੇ ਗਾਰਾ ਜੀ। ਇੱਥੇ ਇਹੋ ਪਾਣੀ ਹੈ ਜੀ ਪੀਣ ਵਾਸਤੇ, ਪੀਓ ਰੱਜ ਰੱਜ ਕੇ। ਇਸ ਤੋਂ ਬਿਨਾਂ ਹੋਰ ਪਾਣੀ ਨਹੀਂ ਮਿਲਣਾ, ਆਖਿਆ ਸੀ ਗੱਜ ਕੇ। ਸੁਣ ਕੇ ਗੱਲ ਮਹਾਰਾਜ ਬੋਲਦੇ, ਦੇਂਦੇ ਨੇ ਜਵਾਬ ਨੂੰ, ਇਹ ਤਾਂ ਅਸੀਂ ਰੱਖਿਆ ਤੁਹਾਡੇ ਵਾਸਤੇ, ਛੇੜੀਏ ਨਾ ਆਬ ਨੂੰ। ਸੁਣ ਕੇ ਬਚਨ ਇੱਕ ਬੰਦਾ ਉੱਠਿਆ, ਮਨ ਪਿਆ ਹੌਲ ਜੀ। ਚੁੱਪ ਰਹੋ ਉਹਨਾਂ ਸਾਰਿਆਂ ਨੂੰ ਆਖਦਾ, ਕਰੋ ਨਾ ਮਖੌਲ ਜੀ। ਡਿਉੜਾ ਦੋਵਈਆ। ਤੁਸੀਂ ਸੰਤ ਜੀ ਇੱਥੇ ਬੈਠੋ, ਮੈਂ ਜਾ ਕੇ ਜਲ ਲਿਆਵਾਂ ਤੇ ਫੇਰ ਛਕਾਵਾਂ। ਘਰ ਮੇਰਾ ਹੈ ਨੇੜੇ ਇੱਥੋਂ, ਮੈਂ ਛੇਤੀ ਮੁੜ ਆਵਾਂ, ਦੇਰ ਨਾ ਲਾਵਾਂ। ਇਉਂ ਕਹਿ ਕੇ ਘਰ ਨੂੰ ਉਹ ਤੁਰਿਆ, ਲੈ ਆਇਆ ਜਲ ਭਰ ਕੇ ਛੇਤੀ ਕਰਕੇ। ਕਹਿਣ ਲੱਗਾ, ਲਓ ਸੰਤ ਜੀ ਜਲ ਆਪਣੇ ਹੱਥ ਧਰ ਕੇ, ਹਰ ਹਰ ਕਰਕੇ। ਜਲ ਲੈ ਲੀਤਾ, ਤੁਰੰਤ ਹੀ ਪੀਤਾ, ਮੂੰਹੋਂ ਕੁਛ ਨਾ ਬੋਲੇ, ਰਹੇ ਅਡੋਲੇ। ਸਭ ਉੱਠ ਆ ਗਏ ਘਰੀਂ, ਸਦਾਏ ਬੈਠੇ ਆਰਾਮ ਅਤੋਲੇ, ਆਨੰਦ ਅਡੋਲੇ। ਰਾਤ ਪਈ ਸਭ ਲੋਕੀ ਸੁੱਤੇ, ਅੱਧੀ ਰਾਤ ਵਿਹਾਈ, ਸਮਝ ਨਾ ਆਈ। ਤਾਪ ਚੜ੍ਹਿਆ ਸਭ ਮੂਧੇ ਹੋਏ, ਨਾਲ ਉਲਟੀ ਆਈ, ਬਹੁਤ ਦੁਖਦਾਈ। ਦਿਨ ਚੜ੍ਹਿਆ ਸਭ ਇਕੱਠੇ ਹੋਏ, ਕਰਨ ਵਿਚਾਰ ਸਿਆਣੇ ਅਤੇ ਨਿਆਣੇ। ਇਹ ਕੀ ਭਾਣਾ ਵਰਤਿਆ ਜਾਰੋ, ਰੱਬ ਦੇ ਪੇਟੇ ਤਾਣੇ, ਰੱਬ ਹੀ ਜਾਣੇ। ਕੋਰੜਾ ਛੰਦ। ਪਾਣੀ ਛਕਾਇਆ ਜਿਸਨੇ ਮਹਾਰਾਜ ਨੂੰ, ਸਾਰਿਆਂ 'ਚ ਉਹ ਦੇਵਦਾ ਆਵਾਜ਼ ਨੂੰ। ਕੱਲ੍ਹ ਵਾਲੀ ਗੱਲ ਗੌਲ ਓਏ, ਸੰਤਾਂ ਨੂੰ ਜਿਹੜਾ ਕੀਤਾ ਸੀ ਮਖੌਲ ਓਏ, ਉਸ ਦਾ ਹੀ ਮਿਲਿਆ ਹੈ ਫਲ ਆਪਾਂ ਨੂੰ। ਲੱਗੀ ਹੈ ਉਛਾਲੀ ਤੇ ਚੜ੍ਹਾਇਆ ਤਾਪਾਂ ਨੂੰ। ਸਾਰੇ ਇਕੱਠੇ ਹੋ ਕੇ ਜਾਈਏ ਉਹਨਾਂ ਪਾਸ ਜੀ, ਭੁੱਲ ਬਖਸ਼ਾਓ ਕਰੋ ਅਰਦਾਸ ਜੀ। ਬੇਨਤੀ ਸਵਾਰੇ ਵਿਗਾੜੇ ਹੋਏ ਕਾਜ ਨੂੰ, ਸਾਰਿਆਂ 'ਚ ਉਹ ਦੇਵਦਾ ਆਵਾਜ਼ ਨੂੰ। ਸਾਰੇ ਮੰਨ ਗਏ ਆਖੀ ਗੱਲ ਜੀ, ਆਓ ਭੁੱਲ ਬਖਸ਼ਾਈਏ ਸੰਤਾਂ ਪਾਸ ਚੱਲ ਜੀ।
ਦਾਨੇ ਬੰਦੇ ਹੋਰ ਵੀ ਰਲਾਓ ਨਾਲ ਜੀ, ਵਿਗੜੇ ਨਾ ਗੱਲ ਕਰ ਲਓ ਖਿਆਲ ਜੀ। ਸਾਰੇ ਹੋ ਕੇ ਇਕੱਠੇ ਗਏ ਸੰਤਾਂ ਪਾਸ ਜੀ, ਦੁਖੜਾ ਸੁਣਾਇਆ ਕੀਤੀ ਅਰਦਾਸ ਜੀ। ਆਪ ਹੀ ਸਵਾਰੋ ਵਿਗੜੇ ਹੋਏ ਕਾਜ ਨੂੰ, ਸਾਰਿਆਂ 'ਚ ਉਹੀ ਦੇਵ ਦਾ ਆਵਾਜ਼ ਨੂੰ। ਸਿਰ ਖਿੰਡੀ ਛੰਦ। ਬਖਸ਼ੋ ਬਖਸ਼ਣਹਾਰ ਹੋਈ ਅਵੱਗਿਆ, ਅਸੀਂ ਹਾਂ ਭੁੱਲਣਹਾਰ ਭੁੱਲੇ ਮੁੱਢ ਤੋਂ। ਸੰਤ ਸਦਾ ਹੀ ਦਿਆਲੂ ਆਏ ਬਖਸ਼ਦੇ, ਤੁਮ ਸਮ ਕੌਣ ਕਿਰਪਾਲੂ। ਰੱਬ ਦਾ ਰੂਪ ਹੋ ਜਿਤਨੀ ਕੀਤੀ ਭੁੱਲ, ਫਲ ਵੀ ਮਿਲ ਗਿਆ। ਸ਼ਰਨ ਆਏ ਚੱਲ ਕੁੱਲ, ਹੁਣ ਨਾ ਮੋੜਿਓ। ਪਈ ਬਿਮਾਰੀ ਸਭ ਨੂੰ ਘਰ ਘਰ ਡਾਕਦੇ, ਬੱਚੇ ਬੁੱਢੇ ਨਰ ਤੜਫਣ ਮੀਨ ਜਿਉਂ। ਇਉਂ ਕਹਿ ਸੀਸ ਨਵਾਇਆ ਦੋਏ ਹੱਥ ਜੋੜ ਕੇ, ਗਲ ਵਿੱਚ ਪੱਲਾ ਪਾਇਆ ਭੁੱਬੀ ਰੋਮ ਦੇ। ਹੱਸ ਕੇ ਬੋਲੇ ਆਪ ਚੰਗਾ ਇਉਂ ਕਰੋ, ਜਲ ਇਸ ਛੱਪੜ ਵਾਲਾ ਪਿਲਾ ਦਿਓ ਸਭ ਨੂੰ। ਹੋਵੇ ਉਹ ਅਰੋਗ ਜੋ ਪੀਵੇ ਰੱਜ ਕੇ, ਉਹੀ ਰਹੇ ਬਿਮਾਰ ਨਫ਼ਰਤ ਜੋ ਕਰੇ। ਬਚਨ ਮੰਨ ਕੇ ਸਤ ਜਿਨ੍ਹਾਂ ਪੀ ਲਿਆ, ਰੋਗ ਕਟੇ ਤਟ ਮਨ ਸੁਖੀ ਹੋਏ। ਫਿਰ ਕੀਤੀ ਅਰਦਾਸ ਮਿਲ ਕੇ ਸਾਰਿਆਂ, ਇੱਥੇ ਕਰੋ ਨਿਵਾਸ ਕੁਟੀਆ ਬਣ ਜਾਏ ਸੋਰਠਾ। ਹੱਸ ਕੇ ਬੋਲੇ ਆਪ ਇਹ ਥਾਂ ਰਹਿਣ ਲਾਯੋਗ ਹੈ, ਰਮਤੇ ਆਏ ਸਾਧ ਰਮਤੇ ਹੀ ਤੁਰ ਜਾਏਂਗੇ। ਜ਼ਿਮੀਂਦਾਰ 'ਤੇ ਕਿਰਪਾ ਕਰਨੀ। ਧਨੌਲੇ ਤੋਂ ਚੱਲ ਕੇ ਭਾਈ ਰੂਪੇ ਦੇ ਨਜ਼ਦੀਕ ਜਾ ਪਹੁੰਚੇ। ਨੇੜੇ ਤੇੜੇ ਦੇ ਨਗਰਾਂ ਵਿੱਚੋਂ ਪ੍ਰਸ਼ਾਦਾ ਮੰਗ ਕੇ ਛਕ ਲੈਂਦੇ ਸਨ। ਕਿਸੇ ਇੱਕ ਘਰ ਤੋਂ ਹੀ ਰਸਦ ਲੈ ਲੈਂਦੇ ਤੇ ਕਿਸੇ ਘਰ ਪੱਕਿਆ ਪ੍ਰਸ਼ਾਦਾ ਵੀ ਲੈ ਲੈਂਦੇ ਸਨ, ਪਰ ਲੈਂਦੇ ਇੱਕੋ ਘਰ ਤੋਂ। ਜੇ ਨਾ ਮਿਲਦੀ ਤਾਂ ਦੂਜੇ ਘਰ ਨਹੀਂ ਜਾਂਦੇ ਸਨ, ਫਿਰ ਕਿਤੇ ਬਾਹਰ ਜਾ ਕੇ ਬੈਠ ਜਾਂਦੇ। ਇਸ ਤਰ੍ਹਾਂ ਕੁਝ ਸਮਾਂ ਗੁਜ਼ਰਿਆ। ਇੱਕ ਦਿਨ ਐਸਾ ਮੌਕਾ ਆਇਆ, ਇੱਕ ਨਗਰ ਵਿੱਚ ਕਿਸੇ ਘਰ ਪ੍ਰਸ਼ਾਦਾ ਮੰਗਣ ਵਾਸਤੇ ਗਏ ਤਾਂ ਅੱਗੇ ਇੱਕ ਜ਼ਿਮੀਂਦਾਰ ਮੱਝ ਨੂੰ ਜੂੜ ਪਾ ਕੇ ਕੁੱਟ ਰਿਹਾ ਸੀ, ਕਿਉਂਕਿ ਉਹ ਦੁੱਧ ਦੇਣ ਵੇਲੇ ਹਿਲਦੀ ਸੀ। ਆਪ ਜਾ ਬੂਹੇ ਅੱਗੇ ਖਲੋਤੇ। ਜ਼ਿਮੀਂਦਾਰ ਦੇ ਘਰ ਵਾਲੀ ਆਟਾ ਲੈ ਆਈ। ਬਾਬਾ ਜੀ ਨੇ ਕਿਹਾ ਅਸੀਂ ਤਾਂ ਦੁੱਧ ਲੈਣਾ ਹੈ। ਉਸ ਜ਼ਿਮੀਂਦਾਰ ਨੇ ਬਾਬਾ ਜੀ ਦੀ ਆਵਾਜ਼ ਸੁਣ ਲਈ ਤੇ ਕਹਿਣ ਲੱਗਾ, ਇਹ ਕੌਣ ਹੈ ਦੁੱਧ ਮੰਗਣ ਵਾਲਾ? ਉਸ ਦੇ ਘਰ ਵਾਲੀ ਨੇ ਦੱਸਿਆ, ਇੱਕ ਸੰਤ ਹੈ। ਉਸ ਨੇ ਕਿਹਾ ਦੁੱਧ ਤਾਂ ਸਾਡੀ ਮੱਝ ਹੀ ਨਹੀਂ ਦਿੰਦੀ, ਅਸੀਂ ਕੁੱਟ ਕੇ ਵੀ ਥੱਕ ਗਏ ਹਾਂ। ਬਾਬਾ ਜੀ ਨੇ ਬਾਹਰ ਖੜਿਆਂ ਹੀ ਆਵਾਜ਼ ਦਿੱਤੀ, ਜੇ ਮਿਲ ਪਵੇ ਤਾਂ ਦੁੱਧ ਸਾਡਾ ਹੋਵੇਗਾ। ਉਹ ਕਹਿਣ ਲੱਗਾ ਠੀਕ ਹੈ। ਬਾਬਾ ਜੀ ਨੇ ਬਚਨ ਕੀਤਾ, ਮੱਝ ਦਾ ਜੂੜ ਖੋਲ੍ਹ ਦੇ। ਉਸ ਨੇ ਇਵੇਂ ਹੀ ਕੀਤਾ। ਬਾਬਾ ਜੀ ਕਹਿਣ ਲੱਗੇ, ਹੁਣ ਹੱਥ ਸੁੱਚੇ ਕਰਕੇ ਇਸ ਦੇ ਹੇਠਾਂ ਬੈਠ ਜਾ। ਉਸ ਨੇ ਹੱਥ ਧੋਤੇ ਤੇ ਥਾਪੀ ਮਾਰ ਕੇ ਮੱਝ ਹੇਠਾਂ ਜਾ ਬੈਠਾ। ਮੱਝ ਨੇ ਦੁੱਧ ਲਾ ਲਿਆ। ਜਿੰਨੇ ਡੰਗਾਂ ਦਾ ਦੁੱਧ ਨਹੀਂ ਦਿੱਤਾ ਸੀ, ਮੱਝ ਨੇ ਉਹ ਸਾਰਾ ਦੁੱਧ ਹੀ ਦੇ ਦਿੱਤਾ। ਦੁੱਧ ਚੋਣ ਤੋਂ ਬਾਅਦ ਚੌਂਤਰੇ ਉੱਪਰ ਰੱਖ ਕੇ ਬਾਬਾ ਜੀ ਨੂੰ ਸੱਦ ਲਿਆ, ਮੰਜਾ ਡਾਹ ਦਿੱਤਾ ਤੇ ਕਹਿਣ ਲੱਗਾ, ਜੀ ਦੁੱਧ ਛਕ ਲਓ। ਬਾਬਾ ਜੀ ਮੰਜੇ 'ਤੇ ਬੈਠ ਗਏ, ਦੁੱਧ ਪੀ ਲਿਆ। ਜਿਸ ਵੇਲੇ ਤੁਰਨ ਲੱਗੇ ਤਾਂ ਉਸਨੇ ਕਿਹਾ, ਜੀ ਦੁੱਧ ਹੋਰ ਵੀ ਹੈ। ਆਪ ਬੋਲੇ, ਨਹੀਂ ਇਹ ਤੈਨੂੰ ਦਿੱਤਾ। ਤੁਰਨ ਲੱਗਿਆਂ ਤੋਂ ਉਸ ਦੇ ਘਰ ਵਾਲੀ ਹੱਥ ਜੋੜ ਕੇ ਅੱਗੇ ਖਲੋ ਗਈ ਤਾਂ ਆਪ ਨੇ ਪੁੱਛਿਆ, ਕੀ ਇੱਛਾ ਹੈ ਤੇਰੀ ਬੇਟਾ? ਉਹ ਬੋਲੀ, ਘਰ ਵਿੱਚ ਦੁੱਧ ਤੇ ਪੁੱਤ ਦੀ ਕਮੀ ਹੈ। ਬਾਬਾ ਜੀ ਬੋਲੇ, ਕੁਛ ਪੜ੍ਹੀ ਹੈ? ਉਸਨੇ ਕਿਹਾ, ਹਾਂ ਜੀ, ਮੇਰੀ ਮਾਤਾ ਨੇ ਮੈਨੂੰ ਗੁਰਮੁਖੀ ਪੜ੍ਹਾਈ ਸੀ। ਫਿਰ ਪੁੱਛਿਆ, ਤੇਰੇ ਕੋਲ ਗੁਰਬਾਣੀ ਦੀ ਕੋਈ ਪੋਥੀ ਹੈ? ਉਹ ਅੰਦਰੋਂ ਜਾ ਕੇ ਰੁਮਾਲ ਵਿੱਚ ਲਪੇਟੀ ਇੱਕ ਪੋਥੀ ਲੈ ਆਈ। ਜਦੋਂ ਆਪ ਨੇ ਉਸ ਦਾ ਰੁਮਾਲ ਖੋਲ੍ਹ ਕੇ ਦੇਖਿਆ, ਉਹ 5 ਗ੍ਰੰਥੀ ਪੋਥੀ ਹੱਥ ਦੀ ਲਿਖੀ ਹੋਈ ਸੀ। ਪੋਥੀ ਦੇਖ ਕੇ ਬੋਲੇ, ਲੈ, ਜਿਸ ਘਰ ਇਹ 5 ਗ੍ਰੰਥੀ ਪੋਥੀ ਆ, ਉਸ ਦੇ ਘਰ ਸਭ ਕੁਛ ਹੈ। ਇਸ ਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਿਆ ਕਰ ਤੇ ਤੇਰੇ ਪਤੀ ਸੁਣਿਆ ਕਰਨ, ਸਭ ਕੁਝ ਠੀਕ ਹੋ ਜਾਵੇਗਾ। ਇਸ ਪੋਥੀ ਦਾ ਸਤਿਕਾਰ ਕਰਨਾ ਹੈ, ਉੱਚੇ ਸਥਾਨ 'ਤੇ ਸਾਫ਼ ਰੁਮਾਲੇ ਵਿੱਚ ਲਪੇਟ ਕੇ ਰੱਖਣਾ ਹੈ। ਇਸ ਦਾ ਨਿਤਨੇਮ ਕਰਦੇ ਰਹੋ। ਗੁਰੂ ਨਾਨਕ ਦੇ ਘਰ ਵਿੱਚ ਕੋਈ ਘਾਟਾ ਨਹੀਂ। ਇਤਨਾ ਵਚਨ ਕਰਕੇ ਉੱਥੋਂ ਚੱਲ ਪਏ। ਜਦੋਂ ਘਰ ਤੋਂ ਥੋੜ੍ਹੀ ਦੂਰ ਹੀ ਗਏ ਤਾਂ ਘਰ ਵਾਲਾ ਫਿਰ ਭੱਜ ਕੇ ਆਇਆ ਅਤੇ ਪੁੱਛਣ ਲੱਗਾ, ਸੰਤ ਮਹਾਰਾਜ, ਤੁਹਾਡੇ ਦਰਸ਼ਨ ਕਿੱਥੇ ਹੋਣਗੇ? ਬੇਪਰਵਾਹ ਮਹਾਂਪੁਰਖ ਬੋਲੇ, ਜੇ ਵਕਤ ਹੋਇਆ ਤਾਂ ਕਿਤੇ ਇਸ ਤਰ੍ਹਾਂ ਹੀ ਮਿਲ ਪਵਾਂਗੇ। ਮਹਾਂਪੁਰਖ ਨਾਮ ਜਪਣ ਵਾਲੇ, ਨਾਮ ਦੇ ਰਸੀਏ, ਜਿਸ ਤਰੀਕੇ ਨਾਲ ਵੀ ਕਿਸੇ 'ਤੇ ਕਿਰਪਾ ਕਰਨੀ ਚਾਹੁਣ ਹੋ ਜਾਂਦੀ ਹੈ। ਆਪਣੇ ਬਚਨ ਨਾਲ ਵੀ ਕਰ ਦਿੰਦੇ ਹਨ ਤੇ ਕਿਸੇ ਜੁਗਤੀ ਨਾਲ ਨਾਮ ਜਪਾ ਕੇ ਵੀ ਕਰ ਦਿੰਦੇ ਹਨ। ਨਾਮ ਜਪਣ ਦੇ ਸਦਕਾ ਉਹਨਾਂ ਦੀ ਰਸਨਾ 'ਤੇ ਪਰਮੇਸ਼ਰ ਦਾ ਨਿਵਾਸ ਹੁੰਦਾ ਹੈ। ਇਸ ਕਰਕੇ ਸਾਹਿਬ ਨੇ ਬਾਣੀ ਵਿੱਚ ਕਥਨ ਕੀਤਾ ਹੈ,
ਪ੍ਰਭ ਜੀ ਬਸੇ ਸਾਧ ਕੀ ਰਸਨਾ। ਉਹਨਾਂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਬਿਰਥਾ ਨਹੀਂ ਜਾਂਦਾ, ਹਮੇਸ਼ਾ ਅਟਲ ਹੁੰਦਾ ਹੈ। ਇਸ ਦਾ ਅਗਲਾ ਹਿੱਸਾ ਵੀ ਕਿਤੇ ਹੋਰ ਥਾਂ ਆਵੇਗਾ। ਪੂਰੇ ਸਤਿਗੁਰ ਮੇਰੇ ਨੇ ਤੈਨੂੰ ਸਿਮਰਨ ਸਿਖਲਾਇਆ, ਵਾਹ ਵਧਾਈ ਹੋਵੇ ਤੈਨੂੰ ਸਤ ਉਪਦੇਸ਼ ਅਧੂਰਾ ਹੈ ਲਿਆਇਆ। ਸੰਤ ਗੰਗਾ ਰਾਮ ਨਾਲ ਮਿਲਾਪ। ਇੱਕ ਵੇਰਾ ਆਪ ਬਾਹਰ ਬੈਠੇ ਸਨ। ਇੱਕ ਵੱਡੀ ਉਮਰ ਦਾ ਮਹਾਤਮਾ ਆਪ ਜੀ ਪਾਸ ਆਇਆ ਤੇ ਨਮਸਕਾਰ ਕਰਕੇ ਬੈਠ ਗਿਆ। ਆਪ ਨੇ ਪੁੱਛਿਆ, ਸੰਤ ਜੀ ਕਿੱਥੋਂ ਆਏ ਹੋ, ਕੀ ਨਾਮ ਹੈ? ਮਹਾਤਮਾ ਬੋਲੇ, ਜੀ ਰਮਤਾ ਹੀ ਰਹਿੰਦਾ ਹਾਂ, ਫਿਰਦਾ ਤੁਰਦਾ ਇੱਧਰ ਆ ਨਿਕਲਿਆ। ਮੇਰਾ ਨਾਮ ਗੰਗਾ ਰਾਮ ਹੈ, ਮੈਂ ਕੁਝ ਪ੍ਰਸ਼ਨ ਪੁੱਛਣੇ ਹਨ। ਆਪ ਬੋਲੇ, ਪੁੱਛ ਲੈ। ਉਹ ਕਹਿਣ ਲੱਗਾ, ਜੀਵ ਦਾ ਮਨ ਸਦਾ ਦੁੱਖ ਸੁੱਖ ਦੇ ਚੱਕਰ ਵਿੱਚ ਹੀ ਰਹਿੰਦਾ ਹੈ, ਇਸ ਵਿੱਚੋਂ ਕਿਸ ਤਰ੍ਹਾਂ ਨਿਕਲੇ? ਹਰ ਵੇਲੇ ਮਨ ਨੂੰ ਇੱਕੋ ਜਿਹਾ ਆਨੰਦ ਕਿਵੇਂ ਰਹੇ? ਇਹ ਚੀਜ਼ਾਂ ਮੈਂ ਗ੍ਰੰਥਾਂ ਵਿੱਚੋਂ ਪੜ੍ਹੀਆਂ ਤਾਂ ਹਨ, ਪਰ ਮਨ 'ਤੇ ਨਹੀਂ ਘਟੀਆਂ। ਸੋ ਇਹ ਅਵਸਥਾ ਮੈਨੂੰ ਕਿਸੇ ਤਰੀਕੇ ਨਾਲ ਮਿਲ ਸਕਦੀ ਹੈ। ਇਸ ਤਰ੍ਹਾਂ ਦਾ ਬਚਨ ਭਾਈ ਨੰਦ ਲਾਲ ਸਾਹਿਬ ਨੇ ਕੀਤਾ ਹੈ। ਯਕਦਮ ਬਖੇਮ ਰਾਹ ਨਾ ਬੁਰਦਮ ਕਿ ਕੀਸਤਮ, ਐ ਵਾਏ ਨਕਤ ਜ਼ਿੰਦਗੀਅਮ ਰਾਇਗਾ ਗੁਜਸਤ। ਆਪਣਾ ਆਪ ਪਛਾਣ ਨਾ ਸਕਿਆ, ਇੱਕਦਮ ਸੂਝ ਨ ਆਈ, ਖਬਰ ਨ ਪਾਈ, ਬਹੁਤ ਸੋਗ ਜੋ ਸਾਰੀ ਉਮਰਾਂ, ਐਵੇਂ ਚਾਏ ਗੁਆਈ, ਕੰਮ ਨ ਆਈ। ਜ਼ਿੰਦਗੀਨਾਮਾ ਭਾਈ ਨੰਦ ਲਾਲ ਜੀ। ਬਾਬਾ ਜੀ ਕਹਿਣ ਲੱਗੇ, ਹਾਂ ਹੋ ਸਕਦੀ ਹੈ। ਪਹਿਲਾਂ ਇਸ ਨਗਰ ਵਿੱਚ ਜਾ ਕੇ ਇੱਕ ਘੜਾ ਮੰਗ ਕੇ ਲਿਆ। ਉਹ ਘੜਾ ਲੈ ਕੇ ਆਇਆ। ਫਿਰ ਬੋਲੇ, ਚੱਲ ਕਿਤੇ ਇਸ਼ਨਾਨ ਕਰੀਏ। ਇਸ ਤਰ੍ਹਾਂ ਕਹਿ ਕੇ ਉਸ ਨੂੰ ਨਾਲ ਲੈ ਕੇ ਇੱਕ ਛੱਪੜ ਦੇ ਕੋਲ ਆ ਗਏ। ਬੈਠ ਕੇ ਕਹਿਣ ਲੱਗੇ, ਜਲ ਭਰ ਕੇ ਲਿਆ। ਇਸ ਤਰ੍ਹਾਂ ਉਸਨੇ ਆਪ ਜੀ ਨੂੰ ਇਸ਼ਨਾਨ ਕਰਾਇਆ। ਪਤਾ ਨਹੀਂ ਕਿੰਨੇ ਘੜੇ ਭਰ ਭਰ ਕੇ ਲਿਆ ਕੇ ਇਸ਼ਨਾਨ ਕਰਾਇਆ। ਇਸ਼ਨਾਨ ਕਰਨ ਤੋਂ ਬਾਅਦ ਉੱਥੋਂ ਉੱਠ ਕੇ ਇੱਕ ਪਾਸੇ ਜਾ ਬੈਠੇ। ਪੁੱਛਣ ਲੱਗੇ, ਤੈਨੂੰ ਬਾਣੀ ਯਾਦ ਹੈ? ਉਹ ਬੋਲਿਆ, ਜੀ ਜਪਜੀ ਸਾਹਿਬ ਯਾਦ ਹੈ। ਆਪ ਬੋਲੇ, ਇੱਥੇ ਬੈਠ ਕੇ ਪਾਠ ਸੁਣਾ। ਉਸਨੇ ਪਾਠ ਸ਼ੁਰੂ ਕਰ ਦਿੱਤਾ। ਜਿਸ ਵਕਤ ਪਾਠ ਸਮਾਪਤ ਹੋਣ 'ਤੇ ਆਇਆ, ਆਖਰੀ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹੀਆਂ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਿਰ 'ਤੇ ਹੱਥ ਰੱਖ ਕੇ ਬੋਲੇ, ਜਾ ਨਿਹਾਲ ਹੋ ਗਿਆ। 3 ਵਾਰ ਬਚਨ ਕੀਤਾ। ਜਦੋਂ ਪਾਠ ਸਮਾਪਤ ਕੀਤਾ, ਫਿਰ ਮਹਾਤਮਾ ਦੀ ਸਮਾਧੀ ਲੱਗ ਗਈ ਤੇ ਮਨ ਟਿਕ ਗਿਆ। ਕੁਝ ਚਿਰ ਬਾਅਦ ਆਵਾਜ਼ ਦੇ ਕੇ ਬੁਲਾਇਆ ਤਾਂ ਉਹਨਾਂ ਨੇ ਨੇਤਰ ਖੋਲ੍ਹੇ। ਪ੍ਰਸੰਨ ਹੋ ਕੇ ਬੋਲੇ, ਜਾ ਮੌਜ ਕਰ, ਰਿੱਧੀਆਂ ਸਿੱਧੀਆਂ ਤੇਰੇ ਚਰਨਾਂ ਵਿੱਚ ਰਹਿਣਗੀਆਂ। ਇਸ ਮਿਹਰ ਦੀ ਨਿਗਾਹ ਨੂੰ ਬਾਣੀ ਵਿੱਚ ਦੱਸਿਆ ਹੈ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੂਖ ਬਿਦਾਰਿਓ। ਸਾਹਿਬ ਹਾਲ ਬ ਜੁਜ ਹਰਫ ਖੁਦਾ, ਦਮ ਨਾ ਜਨਦ ਗੈਰ ਜ਼ਿਕਰਸ, ਸਮਾ ਆਵਾਜ਼ ਬਵਦ ਕੀਲੋ ਮਕਾਲ। ਭਾਈ ਨੰਦ ਲਾਲ ਜੀ। ਸਾਈਂ ਬਾਝੋਂ ਸੰਤਾਂ ਦੇ ਮੁਖ ਦੂਜੀ ਗੱਲ ਨਾ ਆਵੇ, ਨਾਮ ਸਾਈਂ ਬਿਨ ਜੋ ਕੁਝ ਕਹਿਣਾ ਸਭ ਗੱਲ ਅਵਾਏ। ਮੁਰਸ਼ਦ ਕਾਮਲ ਮਾ ਬੰਦਗੀਅਤ ਫਰਮਾਇਦ, ਐ ਜਹੇ ਫਾਲ ਮੁਬਾਰਕ ਕਿ ਕੁਨਦ ਸਾਹਿਬ ਹਾਲ। ਭਾਈ ਨੰਦ ਲਾਲ ਜੀ। ਪੂਰੇ ਸਤਿਗੁਰ ਮੇਰੇ ਨੇ ਤੈਨੂੰ ਸਿਮਰਨ ਹੀ ਸਿਖਲਾਇਆ, ਵਾਹ ਵਧਾਈ ਹੋਵੇ ਤੈਨੂੰ ਸਤ ਉਪਦੇਸ਼ ਲਿਆਇਆ। ਸੰਤ ਮੰਡਲੀ ਨਾਲ ਗਿਆਨ ਚਰਚਾ। ਭਾਈ ਰੂਪੇ ਦੇ ਇਲਾਕੇ ਤੋਂ ਚੱਲ ਕੇ ਤੁਰਦੇ ਤੁਰਦੇ ਇੱਕ ਹੋਰ ਜਗ੍ਹਾ ਚਲੇ ਗਏ। ਕੁਝ ਸਮਾਂ ਇੱਥੇ ਟਿਕਣ ਤੋਂ ਬਾਅਦ ਬਾਬਾ ਜੀ ਕੋਲ ਇੱਕ ਸੰਤ ਮੰਡਲੀ ਆ ਗਈ। ਉਹਨਾਂ ਨੇ ਵੀ ਬਿਰਛ ਹੇਠ ਡੇਰਾ ਲਾ ਲਿਆ। ਸ਼ਾਮ ਦੇ ਵਕਤ ਜਦੋਂ ਉਹਨਾਂ ਨੇ ਆਪਣਾ ਭੰਡਾਰਾ ਤਿਆਰ ਕੀਤਾ ਤਾਂ ਬਾਬਾ ਜੀ ਨੂੰ ਦੇਖ ਕੇ ਇੱਕ ਸਾਧੂ ਨੇ ਆਵਾਜ਼ ਦਿੱਤੀ, ਪਰ ਆਪ ਆਪਣੇ ਆਨੰਦ ਵਿੱਚ ਐਸੇ ਮਗਨ ਸਨ ਕਿ ਉਸ ਸਾਧੂ ਦੀ ਆਵਾਜ਼ ਸੁਣੀ ਹੀ ਨਹੀਂ। ਉਹ ਤਾਂ ਆਵਾਜ਼ ਦੇ ਕੇ ਚਲਾ ਗਿਆ ਤੇ ਭੰਡਾਰਾ ਵਰਤਣਾ ਸ਼ੁਰੂ ਹੋ ਗਿਆ। ਭੰਡਾਰਾ ਵਰਤਾਉਣ ਵੇਲੇ ਜਦੋਂ ਮੁਖੀਏ ਸੰਤਾਂ ਦੀ ਨਿਗਾਹ ਪਈ ਤਾਂ ਆਪ ਨੂੰ ਉੱਥੇ ਆਸਣ 'ਤੇ ਹੀ ਬੈਠੇ ਦੇਖਿਆ। ਉਹਨਾਂ ਨੇ ਫਿਰ ਇੱਕ ਸੇਵਾਦਾਰ ਭੇਜਿਆ, ਸੰਤਾਂ ਨੂੰ ਬੁਲਾ ਕੇ ਲਿਆਓ। ਸੇਵਾਦਾਰ ਫਿਰ ਦੂਜੀ ਵਾਰ ਬੁਲਾਉਣ ਗਿਆ। ਸੇਵਾਦਾਰ ਨੇ ਫਿਰ ਜਾ ਕੇ ਦੱਸਿਆ, ਜੀ ਉਹ ਤਾਂ ਕੋਈ ਜਵਾਬ ਨਹੀਂ ਦਿੰਦੇ। ਮਹਾਤਮਾ ਨੇ ਕਿਹਾ ਕਿ ਚਲੋ ਠੀਕ ਹੈ, ਭੰਡਾਰਾ ਵਰਤਾ ਦਿੱਤਾ ਗਿਆ। ਉਸ ਤੋਂ ਬਾਅਦ ਮਹਾਤਮਾ ਨੇ ਰਾਤ ਨੂੰ ਕਈ ਵਾਰ ਉੱਠ ਕੇ ਦੇਖਣ ਦੀ ਕੋਸ਼ਿਸ਼ ਕੀਤੀ। ਆਪ ਆਸਣ 'ਤੇ ਹੀ ਬੈਠੇ ਰਹੇ। ਦਿਨ ਚੜ੍ਹ ਗਿਆ ਪਰ ਆਪ ਫਿਰ ਵੀ ਉਸੇ ਤਰ੍ਹਾਂ ਹੀ ਵਿਰਾਜੇ ਰਹੇ। ਉਹਨਾਂ ਮਹਾਤਮਾ ਦੇ ਮਨ ਵਿੱਚ ਬੜਾ ਅਚਰਜ ਹੋਇਆ ਕਿ ਐਸੀ ਅਖੰਡ ਸਮਾਧੀ ਹੈ। ਚਿੱਤ ਵਿੱਚ ਵਿਚਾਰ ਆਈ ਕਿ ਇਹਨਾਂ ਨਾਲ ਕੁਝ ਬਚਨ ਕਰੀਏ। ਇਸ ਵਿਚਾਰ ਨਾਲ ਬਾਬਾ ਜੀ ਪਾਸ ਆ ਕੇ ਬੈਠ ਗਏ।
ਪਰ ਬਾਬਾ ਜੀ ਤਾਂ ਉਸੇ ਆਨੰਦ ਵਿੱਚ ਮਸਤ ਸਨ। ਕੁਝ ਚਿਰ ਬੈਠੇ ਰਹੇ, ਪਰ ਆਪ ਨੇ ਸਮਾਧੀ ਨਹੀਂ ਖੋਲ੍ਹੀ ਅਤੇ ਮਹਾਤਮਾ ਉੱਠ ਕੇ ਚਲੇ ਗਏ। ਜਾ ਕੇ ਆਪਣੀ ਮੰਡਲੀ ਵਾਲੇ ਸਾਧੂਆਂ ਨੂੰ ਕਹਿਣ ਲੱਗੇ, ਅੱਜ ਡੇਰਾ ਇੱਥੇ ਹੀ ਰੱਖਣਾ ਹੈ, ਇੱਥੋਂ ਜਾਣਾ ਨਹੀਂ। ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਮਹਾਤਮਾ ਬੋਲੇ, ਜਿਹੜੇ ਉਹ ਸੰਤ ਕੱਲ੍ਹ ਦੇ ਸਮਾਧੀ ਤੋਂ ਨਹੀਂ ਉੱਠੇ, ਉਹਨਾਂ ਦੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਚੱਲਾਂਗੇ। ਇਸ ਤਰ੍ਹਾਂ ਕਹਿ ਕੇ ਮਹਾਤਮਾ ਨੇ ਡੇਰਾ ਉੱਥੇ ਹੀ ਰੱਖ ਲਿਆ ਅਤੇ ਉਡੀਕ ਕਰਨ ਲੱਗੇ ਕਿ ਬਾਬਾ ਜੀ ਕਦੋਂ ਸਮਾਧੀ ਵਿੱਚੋਂ ਉੱਠਦੇ ਹਨ। ਜਿਸ ਵਕਤ ਬਾਬਾ ਜੀ ਨੇ ਸਮਾਧੀ ਖੋਲ੍ਹੀ ਤਾਂ ਸੂਰਜ ਢਲ ਚੁੱਕਾ ਸੀ। ਉਸੇ ਵੇਲੇ ਮਹਾਤਮਾ ਨੇ ਦੇਖ ਕੇ ਬਾਬਾ ਜੀ ਪਾਸ ਆ ਕੇ ਨਮਸਕਾਰ ਕੀਤੀ। ਨਾਲ ਹੀ ਮਹਾਤਮਾ ਦੇ ਇੱਕ ਦੋ ਹੋਰ ਸੇਵਕ ਆਏ। ਇਹ ਮਹਾਤਮਾ ਦੇ ਚੇਲੇ ਬੜੇ ਵਿਦਵਾਨ ਸਨ। ਮਹਾਤਮਾ ਤਾਂ ਨਮਸਕਾਰ ਕਰਕੇ ਬੈਠ ਗਏ, ਪਰ ਚੇਲੇ ਮਨ ਵਿੱਚ ਵਿਦਿਆ ਦਾ ਅਭਿਮਾਨ ਲਈ ਬੈਠੇ ਸਨ। ਉਹਨਾਂ ਸੇਵਕਾਂ ਦੇ ਮਨੋਭਾਵ ਨੂੰ ਪੜ੍ਹ ਕੇ ਬਾਬਾ ਜੀ ਨੇ ਇੱਕ ਸੰਸਕ੍ਰਿਤ ਦਾ ਸ਼ਲੋਕ ਪੜ੍ਹਿਆ, ਅਸੀਤਯ ਚਤੁਰੋ ਵੇਦਾਨ ਧਰਮ ਸ਼ਾਸਤਰਾਨੀ ਅਣੇਕਸ ਬ੍ਰਹਮ ਤਤਵੰ ਨ ਜਨਾਤ ਦਰਵੀ ਪਾਕ ਰਸੰਤ ਥਾ ਮੁਕਤੀਨ ਉਪਨਿਸ਼ਦ ਐੜਾ। ਦੂਜਾ ਸ਼ਲੋਕ 35, ਜਿਸ ਦਾ ਭਾਵ ਅਰਥ ਸੀ, 4 ਵੇਦ ਪੜ੍ਹ ਲਏ, ਧਰਮ ਗ੍ਰੰਥ ਅਨੇਕ ਸ਼ਾਸਤਰ ਵੀ ਪੜ੍ਹ ਲਏ, ਪਰੰਤੂ ਬ੍ਰਹਮ ਨੂੰ ਨਹੀਂ ਜਾਣਿਆ, ਕੋਈ ਸੁੱਖ ਨਹੀਂ ਮਿਲਿਆ। ਜਿਵੇਂ ਸਾਰੇ ਪਦਾਰਥਾਂ ਵਿੱਚ ਫਿਰਦੀ ਹੋਈ ਕੜਛੀ ਖਾਲੀ ਰਹਿ ਜਾਂਦੀ ਹੈ, ਕੋਈ ਸਵਾਦ ਨਹੀਂ ਦੱਸਦੀ। ਕੜਛੀਆਂ ਫਿਰਨ ਸੁਆਉ ਨਾ ਜਾਣਨ ਸੂਝੀਆਂ, ਸੇਈ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਇਹ ਬਚਨ ਸੁਣਨ ਤੋਂ ਬਾਅਦ ਮਹਾਤਮਾ ਤਾਂ ਨਮਸਕਾਰ ਕਰਨ ਲੱਗ ਪਏ, ਪਰ ਇੱਕ ਉਹਨਾਂ ਦਾ ਚੇਲਾ ਜੋ ਬੜਾ ਵਿਦਵਾਨ ਸੀ, ਉਸਨੇ ਪ੍ਰਸ਼ਨ ਕੀਤਾ, ਸੰਤ ਜੀ ਮਹਾਰਾਜ, ਫਿਰ ਵਿਦਵਾਨ ਲੋਕ ਕੀ ਹੋਏ? ਬਾਬਾ ਜੀ ਨੇ ਇੱਕ ਹੋਰ ਸ਼ਲੋਕ ਪੜ੍ਹਿਆ, ਭਾਰ ਵਾਰੀ ਗਰਦਬ, ਭਾਰ ਚੁੱਕਣ ਵਾਲਾ ਇੱਕ ਗਧਾ ਹੈ, ਅਨੇਕ ਸ਼ਾਸਤਰਾਂ ਬਹੁ ਵੇਦਤਵਯ ਕਾਲੋ, ਜੈ ਸਾਰ ਭੂਤ ਤਦ ਉਪਾਸਿਤਵ, ਹਸਿਓ ਯਾ ਖੀਰ ਮਿਵਾਤ ਮਦ ਜਾਤ। ਅਰਥ ਸ਼ਾਸਤਰ ਵੀ ਬਹੁਤ ਹਨ। ਜਿਸ ਬ੍ਰਹਮ ਨੂੰ ਪ੍ਰਾਪਤ ਕਰਨਾ ਹੈ, ਉਸ ਦਾ ਵੀ ਕੋਈ ਅੰਤ ਨਹੀਂ। ਹੋਰ ਸਮਾਂ ਬਹੁਤ ਥੋੜ੍ਹਾ ਹੈ, ਪਤਾ ਨਹੀਂ ਮੌਤ ਕਦੋਂ ਆ ਜਾਵੇ। ਵਿਘਨ ਬਹੁਤ ਪੈਂਦੇ ਹਨ। ਗ੍ਰੰਥਾਂ ਵਿੱਚ ਜੋ ਸਾਰ ਵਸਤੂ ਹੈ, ਉਸ ਕੋ ਪ੍ਰਾਪਤ ਕਰੋ। ਜਿਵੇਂ ਹੰਸ ਪਾਣੀ ਵਿੱਚੋਂ ਦੁੱਧ ਨੂੰ ਵੱਖ ਕਰ ਲੈਂਦਾ ਹੈ। ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਨਾਨਕ ਲੇਖੇ ਏਕ ਗੱਲ, ਹੋਰ ਹਉਮੈ ਝਖਣਾ ਝਾਕ। ਆਸਾ ਦੀ ਵਾਰ ਮਹੱਲਾ ਪਹਿਲਾ। ਇਹ ਬਚਨ ਸੁਣ ਕੇ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਅਤੇ ਸਭ ਮਹਾਤਮਾ ਬੈਠ ਗਏ। ਹੋਰ ਬਚਨ ਬਿਲਾਸ ਹੁੰਦੇ ਰਹੇ। ਬਾਅਦ ਵਿੱਚ ਬਾਬਾ ਜੀ ਨੂੰ ਜਲ ਪਾਣੀ ਪੁੱਛਿਆ। ਆਪ ਜੀ ਨੇ ਕਿਹਾ, ਜੋ ਕੁਛ ਤਿਆਰ ਹੈ ਲਿਆ ਦਿਓ, ਨਹੀਂ ਤਾਂ ਕੋਈ ਇੱਛਾ ਨਹੀਂ। ਜੋ ਕੁਛ ਉਸ ਵੇਲੇ ਤਿਆਰ ਸੀ ਲਿਆ ਦਿੱਤਾ ਅਤੇ ਆਪ ਨੇ ਛਕ ਲਿਆ। ਬਾਅਦ ਵਿੱਚ ਉਸ ਮਹਾਤਮਾ ਨੇ ਆਪਣੇ ਚੇਲਿਆਂ ਨੂੰ ਸੰਬੋਧਨ ਕਰਕੇ ਕਿਹਾ, ਬੱਚਿਓ, ਇਹ ਬਹੁਤ ਹੀ ਮਹਾਨ ਜੋਗੀ ਰਾਜ ਮਹਾਤਮਾ ਹਨ। ਇਹਨਾਂ ਨੂੰ ਐਵੇਂ ਨਾ ਸਮਝ ਲਿਓ। ਤੁਸੀਂ ਵਿਦਵਾਨ ਜ਼ਰੂਰ ਹੋ, ਪਰ ਪਰਮ ਤੱਤ ਦੀ ਪ੍ਰਾਪਤੀ ਤੁਹਾਨੂੰ ਅਜੇ ਨਹੀਂ ਹੋਈ। ਜੋ ਭਗਵਾਨ ਕ੍ਰਿਸ਼ਨ ਨੇ ਗੀਤਾ ਵਿੱਚ ਪੂਰਨ ਪੁਰਖਾਂ ਦੇ ਲੱਛਣ ਦੱਸੇ ਹਨ, ਉਹ ਤੁਸੀਂ ਪੜ੍ਹੇ ਤਾਂ ਹਨ, ਅੱਜ ਤੁਸੀਂ ਪ੍ਰਤੱਖ ਰੂਪ ਵਿੱਚ ਸਾਹਮਣੇ ਬੈਠੇ ਦੇਖ ਲਓ। ਫਿਰ ਮਹਾਤਮਾ ਨੇ ਗੀਤਾ ਦਾ ਇੱਕ ਸ਼ਲੋਕ ਪੜ੍ਹ ਕੇ ਸੁਣਾਇਆ, ਸਮ ਸ਼ਸਤਰੰ ਚ ਮਿੱਤਰੇ ਚ ਤਥਾ ਮਾਨ ਅਪਮਾਨਿਓ, ਸੀਤ ਊਸ਼ਨ ਸੁਖ ਦੁਖੇਸੁ ਸਮ ਸੰਗ ਵਿਦਰਜਿਤਹਿ, ਤੂਲ ਨਿੰਦਾ ਉਸਤਤੀ ਰਿਮੋਨੀ ਸੰਤਸੋਟ, ਜੇਨ ਕੇਨ ਜਿਤ ਅਨਿਕਤ ਇਸਥਿਰ ਮਤ, ਭਗਤੀ ਮਾਨ ਮੇ ਪ੍ਰਉ ਨਰ। ਭਗਵਤ ਗੀਤਾ ਐੜਾ 12 ਸ਼ਲੋਕ 18-19। ਉਸਤਤ ਨਿੰਦਿਆ ਨਾਹਿ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੇ ਜਾਨ। ਸੁਖ ਦੁਖ ਜੈ ਪਰਸੇ ਨਹੀਂ ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਇਸ ਦੇ ਉਪਰੰਤ ਮਹਾਤਮਾ ਹੋਰ ਬਚਨ ਬਿਲਾਸ ਕਰਕੇ ਆਗਿਆ ਲੈ ਕੇ ਅੱਗੇ ਨੂੰ ਚਲੇ ਗਏ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।